ਨੈਕਸਟ ਟੌਪਿਕ ਜਿਹੜੇ ਰਾਜੇ ਆਪਾਂ ਕਰਨਾ ਹੈਗਾ ਵਾ ਉਹ ਹੈਗਾ ਵਾ ਬਜੇਟਰੀ ਕੰਟਰੋਲ। ਸਭ ਤੋਂ ਪਹਿਲਾਂ ਬਜੇਟਰੀ ਕੰਟਰੋਲ ਦਾ ਰਾਜੇ ਇੱਕ ਮੀਨਿੰਗ ਸਮਝਦੇ ਹਾਂ। ਬਜੇਟਰੀ ਕੰਟਰੋਲ ਹੁੰਦਾ ਕੀ ਆ? ਬਜੇਟਰੀ ਕੰਟਰੋਲ ਇਜ਼ ਅਪਲਾਈਡ ਟੂ ਅ ਸਿਸਟਮ ਆਫ ਮੈਨੇਜਮੈਂਟ। ਸਿੰਪਲ ਜੀ ਗੱਲ ਆ ਰਾਜੇ, ਇਹਦੇ 'ਚ ਮੈਂ ਤੁਹਾਨੂੰ ਸਿੰਪਲ ਵੇ ਦੇ ਨਾਲ ਇਹਦੀ ਇੱਕ ਡੈਫੀਨੇਸ਼ਨ ਦੱਸਦਾ। ਬਜੇਟਰੀ ਕੰਟਰੋਲ ਇਜ਼ ਅਪਲਾਈਡ ਟੂ ਅ ਸਿਸਟਮ of management and accounting control by which all the operations and output are forecasted as per the ahead of possible and actual result and compared with the budgeted estimate। ਬਜੇਟਰੀ ਕੰਟਰੋਲ ਦਾ ਮਤਲਬ ਹੁੰਦਾ ਵਾ ਤੁਸੀਂ ਸਾਰੇ ਡਿਪਾਰਟਮੈਂਟਾਂ ਵਾਸਤੇ ਇੱਕ ਬਜਟ ਡਿਸਾਈਡ ਕਰ ਦੇਣਾ, ਕਾਸਟ ਬਜਟ, ਤੇ ਦੇਖਣਾ ਵਾ ਕਿ ਤੁਹਾਡਾ ਐਕਚੁਅਲ ਕਾਸਟ ਜਿਹੜੀ ਸੀਗੀ ਉਹ ਬਜਟ ਦੇ ਹਿਸਾਬ ਨਾਲ ਸੀਗੀ ਜਾਂ ਨਹੀਂ ਸੀਗੀ। ਜੇ ਸੀਗੀ ਦੈਨ ਇਟਸ ਓਕੇ, ਜੇ ਨਹੀਂ ਸੀਗੀ ਦੈਨ ਵਾਈ ਨਹੀਂ ਸੀਗੀ। ਸੋ ਬੇਸਿਕਲੀ ਬਜੇਟਰੀ ਕੰਟਰੋਲ ਆ ਜਿਹੜਾ, ਇਹ ਅਗਰ ਆਪਾਂ ਇਹਨੂੰ ਐਕਸਪਲੇਨ ਕਰਨਾ ਹੋਵੇ ਇਹਦੇ ਫੀਚਰਸ ਦੇ ਥਰੂ ਕਰ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਹਰੇਕ ਫੰਕਸ਼ਨ ਵਾਸਤੇ ਬਜਟ ਬਣਾਏ ਜਾਂਦੇ ਨੇ, ਰਿਸਪੌਂਸਿਬਿਲਿਟੀ ਫਿਕਸ ਕੀਤੀ ਜਾਂਦੀ ਆ, ਫਿਰ ਕੰਟੀਨਿਊਸਲੀ ਕੰਪੈਰੀਜ਼ਨ ਕੀਤਾ ਜਾਂਦਾ ਬਜਟ ਦੇ ਨਾਲ ਕਿ ਉਨੀ ਕਾਸਟ ਪੈ ਰਹੀ ਆ। ਜੇ ਪੈ ਰਹੀ ਆ ਤਾਂ ਇਟਸ ਓਕੇ, ਜੇ ਨਹੀਂ ਪੈ ਰਹੀ ਤਾਂ ਕਰੈਕਟਿਵ ਐਕਸ਼ਨਸ ਲਏ ਜਾਂਦੇ ਨੇ ਤੇ ਬਜਟ ਰਿਵਾਈਜ਼ ਕੀਤੇ ਜਾਂਦੇ ਨੇ। ਕਈ ਵਾਰੀ ਕੀ ਹੁੰਦਾ ਵਾ ਕਿ ਆਪਾਂ ਬਜਟ ਹੀ ਗਲਤ ਬਣਾ ਲੈਂਦੇ ਹਾਂ ਕਿ ਇੰਨੀ ਕਾਸਟ ਪੈ ਹੀ ਨਹੀਂ ਸਕਦੀ, ਆਪਾਂ ਬਹੁਤ ਘੱਟ ਐਸਟੀਮੇਟ ਕਰ ਲਈ, ਫਿਰ ਬਜਟ ਨੂੰ ਰਿਵਾਈਜ਼ ਵੀ ਕਰ ਦਿੱਤਾ ਜਾਂਦਾ। ਲੇਕਿਨ ਅਗਰ ਕਈ ਵਾਰੀ ਕਹਿੰਦਾ ਬੰਦਾ ਜਾਣ ਬੁੱਝ ਕੇ ਸਾਡੀ ਵੇਸਟੇਜ ਬਹੁਤ ਹੋ ਰਹੀ ਹੈ, ਸਾਡੀ ਲੇਬਰ ਬਹੁਤ ਵੇਸਟ ਕਰ ਰਹੀ ਹੈ, ਉਸ ਕੇਸ ਦੇ ਵਿੱਚ ਫਿਰ ਆਪਾਂ ਉਹਨਾਂ ਦੇ ਅਗੇਂਸਟ ਕਰੈਕਟਿਵ ਐਕਸ਼ਨ ਵੀ ਲੈਂਦੇ। ਸੋ ਬੇਸਿਕਲੀ ਇੱਕ ਤਰ੍ਹਾਂ ਦਾ ਕੰਟਰੋਲ ਪ੍ਰੋਸੈਸ ਆ ਬਜਟ ਦਾ, ਠੀਕ ਹੈ। ਉਸ ਤੋਂ ਬਾਅਦ ਇਹਦਾ ਜਿਹੜਾ ਪ੍ਰੋਸੈਸ ਆ, ਆਬਜੈਕਟਿਵਸ ਨੇ। ਬਜੇਟਰੀ ਕੰਟਰੋਲ ਕਿਹਦੇ ਵਿੱਚ ਮਦਦ ਕਰਦਾ ਰਾਜੇ? ਪਲੈਨਿੰਗ ਦੇ ਵਿੱਚ। ਇਹ ਤੁਸੀਂ ਆਪ ਹੀ ਕਰ ਲੈਣਾ ਰਾਜੇ। ਪਲੈਨਿੰਗ ਦੇ ਵਿੱਚ, ਕੋਆਰਡੀਨੇਸ਼ਨ ਦੇ ਵਿੱਚ ਕੰਟਰੋਲ। ਪਲੈਨਿੰਗ ਕੀ ਕਰਨੀ ਹੁੰਦੀ ਆ ਕਿ ਸਾਡਾ ਬਜਟ ਕੀ ਹੋਊਗਾ ਹਰੇਕ ਦਾ, ਉਹਦੇ 'ਚ ਮਦਦ ਕਰਦਾ। ਕੋਆਰਡੀਨੇਸ਼ਨ ਮਤਲਬ ਸਾਰੇ ਡਿਪਾਰਟਮੈਂਟ ਇੱਕ ਦੂਜੇ ਨਾਲ ਕੋਆਰਡੀਨੇਟ ਕਰਨਗੇ ਤਾਂ ਹੀ ਬਜੇਟਰੀ ਕੰਟਰੋਲ ਹੋ ਸਕਦਾ। ਮੇਨ ਪਰਪਸ ਇਹਦਾ ਕੰਟਰੋਲ ਹੁੰਦਾ, ਵੇਸਟੇਜ ਹੁੰਦਾ ਵਾ। ਤੀਜਾ, ਇਹ ਜਿਹੜੀ ਸਾਰੀ ਰਿਪੋਰਟ ਬਣਦੀ ਆ ਬਜੇਟਰੀ ਕੰਟਰੋਲ ਦੀ, ਇਹ ਰਿਪੋਰਟ ਕੀਤੀ ਜਾਂਦੀ ਆ ਕਿ ਇਹਨੂੰ ਟੌਪ ਮੈਨੇਜਮੈਂਟ ਨੂੰ, ਉਹ ਇਹਨੂੰ ਵੈਲਿਊਏਟ ਕਰਦੀ ਆ ਤਾਂ ਉਹਦੇ ਹੈਲਪ ਦੇ ਨਾਲ ਕੀ ਹੁੰਦੀ ਆ, ਫੋਰਕਾਸਟਿੰਗ ਹੁੰਦੀ ਆ। ਉਸ ਤੋਂ ਬਾਅਦ ਪ੍ਰੋਸੈਸ ਆਫ ਬਜੇਟਰੀ ਕੰਟਰੋਲ, ਇੱਕ ਇੰਪੋਰਟੈਂਟ ਟੌਪਿਕ ਆ। ਬਜੇਟਰੀ ਕੰਟਰੋਲ ਦਾ ਪ੍ਰੋਸੈਸ ਕੀ ਹੈਗਾ ਰਾਜੇ? ਬਜੇਟਰੀ ਕੰਟਰੋਲ ਦੇ ਅਗਰ ਆਪਾਂ ਪ੍ਰੋਸੈਸ ਦੀ ਗੱਲ ਕਰੀਏ, ਸਭ ਤੋਂ ਪਹਿਲਾਂ ਆਬਜੈਕਟਿਵ ਡਿਫਾਈਨ ਕੀਤਾ ਜਾਂਦਾ ਵਾ ਕਿ ਆਪਾਂ ਜਿਹੜਾ ਬਜਟ ਬਣਾ ਰਹੇ ਹਾਂ ਜਾਂ ਫਿਰ ਜਿਹੜਾ ਫਿਕਸ ਕਰ ਰਹੇ ਹਾਂ ਬਜਟ, ਉਹਦਾ ਕੀ ਆਬਜੈਕਟਿਵ ਆ। ਫਿਰ ਕੀ ਫੈਕਟਰ ਡਿਸਾਈਡ ਕੀਤੇ ਜਾਂਦੇ ਨੇ ਕਿ ਵਾਟ ਵਿਲ ਬੀ ਦਾ ਕੀ ਫੈਕਟਰਸ ਜਿਹਦੇ ਬੇਸਿਸ 'ਤੇ ਆਪਾਂ ਬਜਟ, ਇੰਪੋਰਟੈਂਟ ਫੈਕਟਰਸ ਜਿਨ੍ਹਾਂ ਲਈ ਆਪਾਂ ਬਜਟ ਡਿਸਾਈਡ ਕਰਾਂਗੇ। ਫਿਰ ਸਟੈਂਡਰਡ ਆਫ ਐਕਟੀਵਿਟੀ ਕਿ ਕਿੰਨੇ ਅਸੀਂ ਆਊਟਪੁੱਟ ਚਾਹੁੰਦੇ ਹਾਂ। ਇੱਕ ਆਰਗੇਨਾਈਜੇਸ਼ਨ ਚਾਰਟ ਤਿਆਰ ਕੀਤਾ ਜਾਊਗਾ ਜਿਹਦੇ ਵਿੱਚ ਸਾਰਿਆਂ ਦੀਆਂ ਰਿਸਪੌਂਸਿਬਿਲਿਟੀ ਸਿਲੈਕਟ ਕੀਤੀਆਂ ਜਾਣਗੀਆਂ, ਸਭ ਕੁਝ ਕੀਤਾ ਜਾਊਗਾ, ਆਬਜੈਕਟਿਵ ਸੈੱਟ ਕੀਤੇ ਜਾਣਗੇ। ਫਿਰ ਇੱਕ ਬਜਟ ਸੈਂਟਰ ਬਣਾਇਆ ਜਾਊਗਾ, ਕਾਸਟ ਸੈਂਟਰ। ਫਿਰ ਇੱਕ ਮੈਨੂਅਲ ਤਿਆਰ ਕੀਤਾ ਜਾਊਗਾ ਕਿ ਕਿਹਦੀ ਰਿਸਪੌਂਸਿਬਿਲਿਟੀ ਆ, ਕਿੰਨੀ ਰਿਸਪੌਂਸਿਬਿਲਿਟੀ ਆ। ਇੱਕ ਬਜਟ ਕੰਟਰੋਲਰ ਲਗਾਇਆ ਜਾਊਗਾ, ਠੀਕ ਹੈ ਨਾ। ਬਜਟ ਦੀ ਕਮੇਟੀ ਬਣੂਗੀ, ਬਜਟ ਦਾ ਪੀਰੀਅਡ ਡਿਸਾਈਡ ਹੋਊਗਾ ਕਿ ਇਹ ਲੌਂਗ ਟਰਮ ਆ ਜਾਂ ਸ਼ਾਰਟ ਟਰਮ ਆ। ਫਿਰ ਬਜਟ ਦੀਆਂ ਰਿਪੋਰਟਸ ਬਣਨਗੀਆਂ ਰਾਜੇ, ਠੀਕ ਹੈ ਨਾ। ਵੈਸੇ ਅਗਰ ਮੈਂ ਐਕਚੁਅਲ 'ਚ ਕਹਾਂ, ਦਿਸ ਇਜ਼ ਨਾਟ ਦਾ ਪ੍ਰੋਸੈਸ ਪ੍ਰੋਪਰਲੀ, ਕਿਉਂਕਿ ਬਜੇਟਰੀ ਕੰਟਰੋਲ ਦਾ ਜਿਹੜਾ ਪ੍ਰੋਪਰ ਪ੍ਰੋਸੈਸ ਆ ਉਹ ਤਾਂ ਇਹ ਹੈਗਾ ਵਾ, ਤੁਸੀਂ ਇਹਨੂੰ ਨਾਲ ਲਿਖ ਸਕਦੇ ਹੋ, ਲੇਕਿਨ ਇਹ ਐਲੀਮੈਂਟਸ ਨੇ ਮੇਰੇ ਹਿਸਾਬ ਨਾਲ। ਐਜ਼ ਪਰ ਮਾਈ ਓਪੀਨੀਅਨ ਦੀਜ਼ ਆਰ ਦਾ ਐਲੀਮੈਂਟਸ ਕਿ ਆਹ ਤੁਹਾਡੇ ਬਜੇਟਰੀ ਕੰਟਰੋਲ 'ਚ ਹੋਣਾ ਚਾਹੀਦਾ। ਪ੍ਰੋਸੈਸ ਤਾਂ ਇਹਦਾ ਇਹ ਆ ਕਿ ਰਾਜੇ ਪਹਿਲਾਂ ਆਬਜੈਕਟਿਵ ਡਿਫਾਈਨ ਕੀਤੇ ਜਾਂਦੇ ਨੇ, ਓਕੇ। ਉਸ ਤੋਂ ਬਾਅਦ ਹਰੇਕ ਕਾਸਟ ਸੈਂਟਰ ਵਾਸਤੇ ਬਜਟ ਡਿਸਾਈਡ ਕੀਤਾ ਜਾਂਦਾ। ਫਿਰ ਕੰਪੇਅਰ ਕੀਤਾ ਜਾਂਦਾ ਸਟੈਂਡਰਡ ਨੂੰ ਐਕਚੁਅਲ ਨਾਲ। ਫਿਰ ਡੈਵੀਏਸ਼ਨਸ ਫਾਈਂਡ ਆਊਟ ਕੀਤੇ ਜਾਂਦੇ ਨੇ ਕਿ ਜੋ ਆਪਾਂ ਬਜਟ ਡਿਸਾਈਡ ਕੀਤਾ ਸੀ ਉਹਦੇ ਅਕੋਰਡਿੰਗਲੀ ਆ। ਫਿਰ ਕਰੈਕਟਿਵ ਐਕਸ਼ਨ ਲਏ ਜਾਂਦੇ ਨੇ ਜਾਂ ਫਿਰ ਰਿਵਾਈਜ਼ ਕੀਤਾ ਜਾਂਦਾ ਬਜਟ। ਦੇਖੋ ਜੇ ਸਾਰਾ ਕੁਝ ਠੀਕ ਆ ਤਾਂ ਠੀਕ ਆ, ਮਤਲਬ ਪਹਿਲਾਂ ਆਬਜੈਕਟਿਵ ਡਿਫਾਈਨ ਕੀਤਾ, ਫਿਰ ਸਟੈਂਡਰਡ ਸੈੱਟ ਕੀਤਾ, ਬਜਟ ਸੈੱਟ ਕੀਤਾ, ਫਿਰ ਦੇਖਿਆ ਐਕਚੁਅਲ ਪਰਫਾਰਮੈਂਸ ਦੇਖੀ, ਐਕਚੁਅਲ ਖਰਚੇ ਦੇਖੇ, ਫਿਰ ਕੰਪੇਅਰ ਕੀਤਾ। ਅਗਰ ਸਾਰਾ ਕੁਝ ਸਹੀ ਸੀ ਇਟਸ ਓਕੇ, ਨਹੀਂ ਤਾਂ ਕਰੈਕਟਿਵ ਐਕਸ਼ਨਸ ਲਏ ਜਾਂਦੇ ਨੇ। ਅਤੇ ਕਈ ਵਾਰੀ ਗਲਤੀ ਆਪਣੇ ਇੰਪਲੋਈਜ਼ ਦੀ ਨਹੀਂ ਹੁੰਦੀ, ਸਾਡੀ ਹੁੰਦੀ ਆ। ਅਸੀਂ ਬਜਟ ਗਲਤ ਬਣਾਇਆ ਹੁੰਦਾ, ਫਿਰ ਉਸ ਕੇਸ ਦੇ ਵਿੱਚ ਉਹਨੂੰ ਰਿਵਾਈਜ਼ ਕਰ ਦਿੱਤਾ ਜਾਂਦਾ। ਆਹ ਵੀ ਚੀਜ਼ ਬੜੀ ਇੰਪੋਰਟੈਂਟ ਹੈਗੀ ਆ ਜੀ ਕਿ ਬਜੇਟਰੀ ਕੰਟਰੋਲ ਸਿਸਟਮ ਨੂੰ ਇਫੈਕਟਿਵ ਬਣਾਉਣ ਵਾਸਤੇ ਟੌਪ ਮੈਨੇਜਮੈਂਟ ਦਾ ਪੂਰਾ ਸਪੋਰਟ ਹੋਣਾ ਚਾਹੀਦਾ। ਜਿਹੜੇ ਆਪਾਂ ਗੋਲ ਫਿਕਸ ਕਰਨੇ ਆ ਉਹ ਰੀਜ਼ਨੇਬਲ ਹੋਣੇ ਚਾਹੀਦੇ ਨੇ। ਆਬਜੈਕਟਿਵ ਸਾਡਾ ਕਲੀਅਰ ਹੋਣਾ ਚਾਹੀਦਾ ਵਾ। ਰਿਸਪੌਂਸੀਬਲ ਬਣਾਉਣਾ ਵਾ ਐਗਜ਼ੀਕਿਊਟਿਵ ਨੂੰ, ਰਿਸਪੌਂਸਿਬਿਲਿਟੀ ਵੀ ਦੇਣੀ ਆ, ਅਥਾਰਟੀ ਵੀ ਦੇਣੀ ਆ। ਅਕਾਊਂਟਿੰਗ ਸਿਸਟਮ ਸਾਡਾ ਵਧੀਆ ਹੋਣਾ ਚਾਹੀਦਾ ਵਾ ਜਿੱਥੋਂ ਸਾਨੂੰ ਪਤਾ ਲੱਗ, ਕੰਟੀਨਿਊਸਲੀ ਬਜਟ ਬਾਰੇ ਐਜੂਕੇਟ ਕਰਦੇ ਰਹਿਣਾ ਬੰਦਿਆਂ ਨੂੰ ਕਿ ਅਸੀਂ ਮੈਕਸਿਮਮ ਪ੍ਰੋਫਿਟ ਇਹਦਾ ਮੇਨ ਆਬਜੈਕਟਿਵ ਹੋਣਾ ਚਾਹੀਦਾ ਵਾ। ਕੌਨਸਟੈਂਟ ਵਿਜੀਲੈਂਸ ਹੋਣੀ ਚਾਹੀਦੀ ਆ, ਮਤਲਬ ਕੰਪੈਰੀਜ਼ਨ ਵਗੈਰਾ ਹੁੰਦੇ ਰਹਿਣੇ ਚਾਹੀਦੇ ਆ, ਚੈਕਿੰਗ ਵਗੈਰਾ ਹੁੰਦੀ ਰਹਿਣੀ ਚਾਹੀਦੀ ਆ।
ਕਾਸਟ ਪੂਰੇ ਸਿਸਟਮ ਨੂੰ ਐਜ਼ ਅ ਹੋਲ ਲੈ ਕੇ ਚੱਲਣਾ ਹੁੰਦਾ ਵਾ ਤੇ ਸਟੈਂਡਰਡ ਕਾਸਟਿੰਗ ਦਾ ਪੂਰਾ ਕੰਪੇਅਰ ਹੋਣਾ ਚਾਹੀਦਾ, ਕੋਆਰਡੀਨੇਸ਼ਨ ਹੋਣਾ ਚਾਹੀਦਾ। ਠੀਕ ਹੈ। ਉਸ ਤੋਂ ਬਾਅਦ ਜਿਹੜਾ ਕੁਐਸਚਨ ਬੇਟੇ ਇਹਦੇ ਵਿੱਚ ਬਣਦਾ ਵਾ ਉਹ ਬਣਦਾ ਵਾ ਯੈਸ ਵਾਟ ਆਰ ਦਾ ਵੇਰੀਅਸ ਟਾਈਪਸ ਆਫ ਬਜਟ, ਕਿ ਬਜਟ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਰਾਜੇ। ਮੈਂ ਤੁਹਾਨੂੰ ਇੱਕ ਇੱਕ ਕਰਕੇ ਇੱਥੋਂ ਹੀ ਐਕਸਪਲੇਨ ਕਰ ਦੇਣਾ ਵਾ, ਫਿਰ ਤੁਸੀਂ ਡਿਟੇਲ ਦੇ ਵਿੱਚ ਇਹਨੂੰ ਪੜ੍ਹਦੇ ਰਹੋ। ਅਗਰ ਆਪਾਂ ਬਜਟ ਦੀ ਗੱਲ ਕਰੀਏ, ਬਜਟ ਔਨ ਦਾ ਬੇਸਿਸ ਆਫ ਕਵਰੇਜ, ਇੱਕ ਹੁੰਦਾ ਫੰਕਸ਼ਨਲ ਬਜਟ। ਹੁਣ ਫੰਕਸ਼ਨਲ ਬਜਟ 'ਚ ਬੇਟੇ ਬਹੁਤ ਹੋਣਗੇ, ਸੇਲ ਬਜਟ, ਪਰਚੇਜ਼ ਬਜਟ, ਠੀਕ ਹੈ ਨਾ, ਮਟੀਰੀਅਲ ਬਜਟ, ਲੇਬਰ ਬਜਟ, ਮੈਨੂਫੈਕਚਰਿੰਗ ਬਜਟ, ਐਡਮਿਨਿਸਟ੍ਰੇਸ਼ਨ ਬਜਟ, ਪਲਾਂਟ ਯੂਟਿਲਾਈਜੇਸ਼ਨ ਬਜਟ, ਰਿਸਰਚ ਐਂਡ ਡਿਵੈਲਪਮੈਂਟ ਬਜਟ, ਕਾਸਟ ਬਜਟ, ਇਹ ਸਾਰੇ ਫੰਕਸ਼ਨਲ ਬਜਟ। ਇਹਨਾਂ ਨੂੰ ਇੱਕ ਇੱਕ ਦੋ ਦੋ ਲਾਈਨਾਂ 'ਚ ਐਕਸਪਲੇਨ ਕਰ ਦਿਓ। ਕਰਨਾ ਕੁਛ ਨਹੀਂ, ਸੇਲ ਦੇ ਵਿੱਚ ਸੇਲ ਦਾ ਬਜਟ ਬਣਾਉਣਾ ਵਾ ਕਿ ਕਿੰਨੀ ਮੈਕਸਿਮਮ ਸੇਲ ਕਰਨੀ ਹੈ, ਪ੍ਰੋਡਕਸ਼ਨ ਦੇ ਵਿੱਚ ਕਿੰਨੀ ਮੈਕਸਿਮਮ ਪ੍ਰੋਡਕਸ਼ਨ, ਕਿੰਨਾ ਮਟੀਰੀਅਲ ਲੈਣਾ, ਕਿੰਨੀ ਲੇਬਰ ਕਾਸਟ ਇਨਵੋਲਵ ਹੋਣੀ ਚਾਹੀਦੀ ਹੈ, ਕਿੰਨੇ ਮੈਨੂਫੈਕਚਰਿੰਗ ਦੇ ਖਰਚੇ ਆ, ਕਿੰਨਾ ਐਡਮਿਨਿਸਟ੍ਰੇਸ਼ਨ ਕਾਸਟ ਹੋਣੀ ਚਾਹੀਦੀ ਹੈ, ਸਾਰਾ ਕੁਝ ਮਤਲਬ ਉਹਦਾ ਸਟੈਂਡਰਡ ਫਿਕਸ ਕਰਨਾ। ਪਲਾਂਟ ਦੇ ਵਿੱਚ ਕਿੰਨੀ ਮਸ਼ੀਨਰੀ ਯੂਜ਼ ਹੋਊਗੀ, ਕਿਸ ਕੈਪੈਸਿਟੀ ਤੇ ਯੂਜ਼ ਹੋਊਗੀ, ਰਿਸਰਚ ਐਂਡ ਡਿਵੈਲਪਮੈਂਟ ਤੇ ਕਿੰਨਾ ਪੈਸਾ ਖਰਚਿਆ ਜਾਊਗਾ, ਕਿੰਨਾ ਕੈਸ਼ ਬੈਲੈਂਸ ਕੀਤਾ ਜਾਊਗਾ। ਆਪਾਂ ਕੀਤੇ ਹੋਏ ਨੇ ਨਾ ਪ੍ਰੈਕਟੀਕਲੀ ਇਹ। ਸੋ ਇਹ ਹੁੰਦੇ ਨੇ। ਮਾਸਟਰ ਬਜਟ ਹੁੰਦਾ ਵਾ ਸਾਰੇ ਫੰਕਸ਼ਨਲ ਬਜਟਸ ਨੂੰ ਜਦੋਂ ਕੰਸੋਲੀਡੇਟ ਕਰਕੇ ਬਿਜ਼ਨਸ ਦੇ ਸਾਰੇ ਕਾਸਟ ਏਰੀਆਜ਼ ਨੂੰ ਜਦੋਂ ਕੰਸੋਲੀਡੇਟ ਕਰਕੇ ਇੱਕ ਬਜਟ ਬਣਾ ਦਿੱਤਾ ਜਾਂਦਾ ਵਾ, ਉਹਨੂੰ ਮਾਸਟਰ ਬਜਟ ਕਿਹਾ ਜਾਂਦਾ। ਠੀਕ ਹੈ ਬੇਟੇ। ਸੋ ਫੰਕਸ਼ਨਸ ਦੇ ਵਿੱਚ ਬਜਟ ਮਤਲਬ ਇੱਕ ਸਟੈਂਡਰਡ, ਇੱਕ ਐਸਟੀਮੇਸ਼ਨ ਕਿ ਸਾਡੀ ਇਸ ਤੋਂ ਵੱਧ ਕਾਸਟ ਨਹੀਂ ਹੋਣੀ ਚਾਹੀਦੀ। ਠੀਕ ਹੈ ਬੇਟੇ। ਉਸ ਤੋਂ ਬਾਅਦ ਔਨ ਦਾ ਬੇਸਿਸ ਆਫ ਕੈਪੈਸਿਟੀ, ਇੱਕ ਹੁੰਦੇ ਨੇ ਰਾਜੇ ਫਿਕਸ ਬਜਟ, ਜਿਹੜੇ ਫਿਕਸਡ ਹੁੰਦੇ ਨੇ, ਇਹਦੇ 'ਚ ਕੋਈ ਵੀ ਚੇਂਜਸ ਨਹੀਂ ਹੋ ਸਕਦੀਆਂ। ਫਲੈਕਸੀਬਲ ਦੇ ਵਿੱਚ ਕੀ ਹੁੰਦਾ ਵਾ ਰਾਜੇ ਕਿ ਚੇਂਜ, ਇਹਦੇ ਵਿੱਚ ਕੀ ਆ ਕਿ ਤੁਹਾਡੀ ਜਿਹੜੀ ਕਾਸਟ ਐਸਟੀਮੇਟ ਕੀਤੀਆਂ ਜਾਂਦੀਆਂ ਨੇ ਉਹ ਵੇਰੀਏਬਲ ਹੁੰਦੀਆਂ ਨੇ, ਤੇ ਜਿੱਦਾਂ ਐਜ਼ ਪਰ ਯੂਅਰ ਕੈਪੈਸਿਟੀ ਆਪਾਂ ਇਹਦੇ ਪ੍ਰੈਕਟੀਕਲ ਵੀ ਕੀਤੇ ਆ ਕਿ ਅਗਰ ਤੁਸੀਂ ਕੈਪੈਸਿਟੀ ਵਧਾਉਂਦੇ ਹੋ, ਪਹਿਲਾਂ 60% ਕੈਪੈਸਿਟੀ 'ਤੇ ਕੰਮ ਕਰਦੇ ਪਏ ਸੀਗੇ, ਫਿਰ ਤੁਸੀਂ 100% ਕੈਪੈਸਿਟੀ 'ਤੇ ਕੰਮ ਕਰ ਰਹੇ ਹੋ, ਉਹਦੇ ਨਾਲ ਤੁਹਾਡੇ ਖਰਚੇ ਆ ਜਿਹੜੇ ਉਹ ਤੁਸੀਂ ਵਧਾ ਵੀ ਸਕਦੇ ਹੋ, ਮਤਲਬ ਆਪਣਾ ਐਸਟੀਮੇਟ ਬਜਟ ਦਾ ਵਧਾ ਵੀ ਸਕਦੇ ਹੋ ਤੇ ਘਟਾ ਵੀ ਸਕਦੇ ਹੋ। ਸੋ ਇਨ ਸ਼ਾਰਟ ਜਿਹੜਾ ਫਿਕਸਡ ਬਜਟ ਹੁੰਦਾ ਇਹ ਇਰਰਿਸਪੈਕਟਿਵ ਆਫ ਕੈਪੈਸਿਟੀ ਹੁੰਦਾ ਵਾ, ਚਾਹੇ ਜਿੰਨੀ ਮਰਜ਼ੀ ਕੈਪੈਸਿਟੀ ਹੋਵੇ ਇਹਨੇ ਫਿਕਸਡ ਹੀ ਰਹਿਣਾ। ਲੇਕਿਨ ਜਿਹੜਾ ਫਲੈਕਸੀਬਲ ਬਜਟ ਹੁੰਦਾ ਦੈਟ ਕੈਨ ਬੀ ਚੇਂਜਡ ਐਜ਼ ਪਰ ਦਾ ਕੈਪੈਸਿਟੀ ਔਰ ਯੂਟਿਲਾਈਜੇਸ਼ਨ ਆਫ ਰਿਸੋਰਸਿਸ ਚੇਂਜਡ। ਠੀਕ ਹੈ ਨਾ। ਉਸ ਤੋਂ ਬਾਅਦ ਹੁੰਦਾ ਜੀ ਇੱਕ ਬੇਸਿਕ ਬਜਟ, ਇੱਕ ਹੁੰਦੇ ਨੇ ਕਰੰਟ ਬਜਟ। ਬੇਸਿਕ ਬਜਟ ਮਤਲਬ ਜਿਹੜੇ ਆ ਡੇਲੀ ਦੇ ਖਰਚਿਆਂ ਵਾਸਤੇ, ਮਤਲਬ ਬੇਸਿਕ ਬਜਟ ਮੈਂ ਕਹਿ ਸਕਦੇ ਹੋ ਤੁਸੀਂ ਇਹ ਉਹ ਬਜਟ ਹੁੰਦੇ ਨੇ ਕਿ ਜਿਹੜੇ ਆਪਾਂ ਡੇਲੀ ਦੇ ਖਰਚਿਆਂ ਵਾਸਤੇ ਕਹਿ ਸਕਦੇ ਹੋ, ਜਾਂ ਇਹਨੂੰ ਇਸ ਤਰ੍ਹਾਂ ਦੇ ਬਜਟ ਹੁੰਦੇ ਨੇ ਜਿਹੜੇ ਬੇਸਿਕ ਚੀਜ਼ਾਂ ਵਾਸਤੇ, ਬੇਸਿਕ ਮਤਲਬ ਜਿੱਦਾਂ ਕੋਈ ਰॉ ਮਟੀਰੀਅਲ ਪਰਚੇਜ਼ ਕਰਨਾ ਵਾ ਉਹਦੇ ਰਿਗਾਰਡਿੰਗ ਜਿਹੜੇ ਬਜਟ ਹੁੰਦੇ ਨੇ। ਠੀਕ ਹੈ ਨਾ। ਕਰੰਟ ਬਜਟ ਮਤਲਬ ਕੀ ਹੁੰਦੇ ਨੇ ਰਾਜੇ, ਕਰੰਟ ਬਜਟ ਦਾ ਮਤਲਬ ਇਹ ਹੁੰਦਾ ਵਾ ਕਿ ਜਿਹੜੇ ਕਰੰਟ ਪੀਰੀਅਡ ਵਾਸਤੇ ਬਣਾਏ ਜਾਂਦੇ ਨੇ, ਜਿੱਦਾਂ 2 ਤੋਂ 3 ਮਹੀਨੇ ਜਾਂ 4 ਮਹੀਨੇ ਵਾਸਤੇ ਜਿਹੜਾ ਬਜਟ ਬਣਾਇਆ ਜਾਂਦਾ ਵਾ ਉਹਨੂੰ ਕਰੰਟ ਬਜਟ ਦਾ ਨਾਮ ਦੇ ਦਿੱਤਾ ਜਾਂਦਾ। ਠੀਕ ਹੈ ਨਾ, ਕਲੀਅਰ। ਉਸ ਤੋਂ ਬਾਅਦ ਨੈਕਸਟ ਆਪਣਾ ਜਿਹੜਾ ਹੈਗਾ ਵਾ, ਇੱਕ ਮਿੰਟ ਮੈਂ ਤੁਹਾਨੂੰ ਕਰੰਟ ਬਜਟ ਤੇ ਬੇਸਿਕ ਬਜਟ ਦਾ ਥੋੜਾ ਐਗਜ਼ੈਕਟ ਮੀਨਿੰਗ ਦੇਣਾ ਚਾਹੁੰਦਾ। ਇੱਕ ਮਿੰਟ ਜਸਟ ਵੇਟ ਫॉर ਅ ਮਿੰਟ। ਹਾਂਜੀ, ਉਹ ਕਹਿੰਦਾ ਜਿਹੜਾ ਬੇਸਿਕ ਬਜਟ ਹੁੰਦਾ ਵਾ ਇਟ ਇਜ਼ ਡਿਫਾਈਨਡ ਐਜ਼ ਅ ਬਜਟ ਵਿਚ ਇਜ਼ ਪ੍ਰੀਪੇਅਰਡ ਫॉर ਯੂਜ਼ ਅਨਅਲਟਰਡ ਓਵਰ ਅ ਲੌਂਗ ਪੀਰੀਅਡ ਆਫ ਟਾਈਮ। ਇਟ ਡਜ਼ਨਟ ਟੇਕ ਇਨਟੂ ਕੰਸੀਡਰੇਸ਼ਨ ਦਾ ਕਰੰਟ ਕੰਡੀਸ਼ਨ। ਦੇਖੋ ਜੀ ਇਹ ਰਿਜਿਡ ਹੁੰਦਾ ਬੇਸਿਕ ਬਜਟ, ਮਤਲਬ ਜਿਹੜਾ ਇੱਕ ਵਾਰੀ ਬਣ ਗਿਆ ਇਹ ਸਟੈਟਿਕ ਕੰਡੀਸ਼ਨਸ ਮੰਨ ਕੇ ਚੱਲਦਾ ਵਾ ਕਿ ਕੰਡੀਸ਼ਨਸ ਬਿਜ਼ਨਸ ਦੀਆਂ ਹਮੇਸ਼ਾ ਸੇਮ ਰਹਿਣਗੀਆਂ। ਠੀਕ ਹੈ ਨਾ। ਜਿਹੜਾ ਕਰੰਟ ਬਜਟ ਹੁੰਦਾ ਵਾ ਇਹ ਸ਼ਾਰਟ ਟਰਮ ਬਜਟ ਹੁੰਦਾ ਵਾ, ਤੇ ਇਹ ਕੀ ਹੁੰਦਾ ਵਾ, ਇਹਦੇ ਵਿੱਚ ਕਰੰਟ ਸਿਚੁਏਸ਼ਨਸ ਨੂੰ ਮਾਈਂਡ 'ਚ ਰੱਖਦੇ ਹੋ। ਉਹ ਲੌਂਗ ਟਰਮ ਹੁੰਦਾ ਰਾਜੇ ਬੇਸਿਕ ਬਜਟ। ਜਿਹੜੀਆਂ ਕੁਝ ਬੇਸਿਕ ਚੀਜ਼ਾਂ ਹੁੰਦੀਆਂ ਨੇ ਉਹ ਥਰੂ ਆਊਟ ਸੇਮ ਰਹਿੰਦੀਆਂ ਨੇ। ਉਹਨਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਨਾ, ਜਿਹੜੇ ਕੁਝ ਬੇਸਿਕ ਖਰਚੇ ਹੁੰਦੇ ਨੇ ਜਾਂ ਜਿਹੜੇ ਕੁਝ ਬੇਸਿਕ ਐਲੀਮੈਂਟ ਆਫ ਕਾਸਟ ਹੁੰਦੇ ਨੇ ਉਹ ਕਈ ਸਾਲ ਸੇਮ ਰਹਿੰਦੇ ਨੇ। ਇਸ ਲਈ ਉਹਨਾਂ ਲਈ ਜਿਹੜਾ ਬਜਟ ਬਣਦਾ ਉਹਨੂੰ ਕਹਿੰਦੇ ਨੇ ਬੇਸਿਕ ਬਜਟ ਜਾਂ ਲੌਂਗ ਟਰਮ। ਕਰੰਟ ਬਜਟ ਹੁੰਦਾ ਕਰੰਟ ਸਿਨੈਰੀਓ ਨੂੰ ਦੇਖ ਕੇ ਜਿਹੜਾ ਬਣਦਾ। ਉਸ ਤੋਂ ਬਾਅਦ ਰਾਜੇ ਸ਼ਾਰਟ ਟਰਮ ਜਿਹੜੇ ਬਜਟ 1 ਸਾਲ ਜਾਂ 1 ਸਾਲ ਤੋਂ ਘੱਟ ਲਈ ਬਣਦੇ ਨੇ। ਮੀਡੀਅਮ ਟਰਮ ਜਿਹੜੇ 1 ਤੋਂ 3 ਸਾਲਾਂ ਲਈ ਬਣਦੇ ਨੇ। ਲੌਂਗ ਟਰਮ ਜਿਹੜੇ 5 ਸਾਲਾਂ ਤੋਂ ਬਾਅਦ, ਮਤਲਬ 3 ਤੋਂ 5 ਸਾਲਾਂ ਜਾਂ 10 ਸਾਲਾਂ ਲਈ ਲੌਂਗ ਟਰਮ ਬਜਟ ਬਣਦੇ ਨੇ। ਠੀਕ ਹੈ, ਕਲੀਅਰ। ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਟੌਪਿਕ ਆ ਮੋਸਟ ਇੰਪੋਰਟੈਂਟ ਉਹ ਹੈਗਾ ਜ਼ੀਰੋ ਬੇਸ ਬਜਟਿੰਗ। ਦੇਖੋ ਬੇਟੇ
ਜ਼ੀਰੋ ਬੇਸ ਬਜਟਿੰਗ ਕੰਸੈਪਟ ਕੀ ਕਹਿੰਦਾ ਹੈ? ਜ਼ੀਰੋ ਬੇਸ ਬਜਟਿੰਗ ਕੰਸੈਪਟ ਕਹਿੰਦਾ ਵਾ ਜੋ ਗਲਤੀਆਂ ਪਿੱਛੇ ਹੋ ਗਈਆਂ ਉਹਨਾਂ ਨੂੰ ਅਸੀਂ ਦੁਹਰਾਉਣਾ ਨਹੀਂ ਹੈ। ਜ਼ੀਰੋ ਬੇਸ ਬਜਟਿੰਗ ਮੀਨਸ ਆਪਾਂ ਅਕਸਰ ਪੁਰਾਣੀ ਇਨਫੋਰਮੇਸ਼ਨ ਨੂੰ ਐਜ਼ ਅ ਬੇਸ ਮੰਨ ਕੇ ਫਿਊਚਰ ਵਾਸਤੇ ਪਲੈਨਿੰਗ ਕਰਦੇ ਹਾਂ, ਲੇਕਿਨ ਜ਼ੀਰੋ ਬੇਸ ਬਜਟਿੰਗ ਦੇ ਵਿੱਚ ਜਿਹੜਾ ਸਾਡਾ ਬੇਸ ਆ ਉਹਨੂੰ ਜ਼ੀਰੋ ਮੰਨਿਆ ਜਾਂਦਾ ਕਿ ਜੋ ਪੁਰਾਣੇ ਬਜਟ ਬਣਾਏ ਸੀ ਉਹ ਚੱਲੇ ਨਹੀਂ ਚੱਲੇ, ਉਹਨਾਂ ਦੇ ਅਕੋਰਡਿੰਗਲੀ ਕੰਮ ਹੋਇਆ ਨਹੀਂ ਹੋਇਆ, ਇਟ ਡਜ਼ਨਟ ਮੈਟਰ ਟੂ ਅਸ। ਅਸੀਂ ਹਰ ਇੱਕ ਸਾਲ ਨੂੰ ਇੱਕ ਨਵੇਂ ਸਾਲ ਦੇ ਤੌਰ 'ਤੇ ਲਵਾਂਗੇ ਅਤੇ ਅਸੀਂ ਬੇਸ ਬਜਟਿੰਗ ਦਾ ਜ਼ੀਰੋ ਲਵਾਂਗੇ। ਵੀ ਵਿਲ ਟੇਕ cost drivers, cost element on newly basis. All the calculations and estimations will be as per the new ways of calculation, as per the new methods, as per the new techniques, as per the new initiation that has been made by the top management. So ਪੁਰਾਣੀ ਚੀਜ਼ ਕੋਈ ਵੀ ਆਪਾਂ ਕੰਸੀਡਰ ਇਹਦੇ ਵਿੱਚ ਨਹੀਂ ਕਰਾਂ। ਸਮਝ ਆ ਗਈ ਮੇਰੀ ਗੱਲ ਬੇਟੇ? ਠੀਕ ਹੈ ਨਾ। ਸੋ ਜ਼ੀਰੋ ਬੇਸ ਬਸਟਿੰਗ ਦਾ ਇੱਕ ਮੈਂ ਮੀਨਿੰਗ ਸਮਝਾ ਦਿੰਦਾ। This budget is the preparation of budget starting from zero or from a clean state. ਠੀਕ ਹੈ। ਇਹਦੇ ਕਰੈਕਟਰਿਸਟਿਕਸ ਤੋਂ ਥੋੜਾ ਇਹਦਾ ਇਨਵੋਲਵ ਕਰਾਂਗੇ। ਇਹ ਕੁਐਸਚਨ ਬਹੁਤ ਇੰਪੋਰਟੈਂਟ ਆ ਬੱਚਿਓ, ਇਹ ਪੇਪਰ ਦੇ ਵਿੱਚ ਅਕਸਰ 15 ਮਾਰਕਸ ਦੇ ਵਿੱਚ ਆ ਜਾਂਦਾ ਇਸ ਚੈਪਟਰ ਦੇ ਵਿੱਚ। ਇਹਦੇ ਕਰੈਕਟਰਿਸਟਿਕਸ ਆਫ ਜ਼ੀਰੋ ਬੇਸ ਬਸਟਿੰਗ ਕੀ ਨੇ? ਕਹਿੰਦਾ ਦ ਮੈਨੇਜਰ ਆਫ ਅ ਡਿਸੀਜ਼ਨ ਹੈਜ਼ ਟੂ ਕੰਪਲੀਟ ਜਸਟੀਫਾਈ ਵਾਈ ਦੇਅਰ ਸ਼ੁੱਡ ਬੀ ਐਨੀ ਬਜਟ ਅਲਾਟਮੈਂਟ ਫॉर ਦਿਸ ਡਿਸੀਜ਼ਨ। ਦੇਖੋ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਕਰੈਕਟਰਿਸਟਿਕਸ ਤਾਂ ਇਹੀ ਆ ਕਿ ਇਹਦੇ 'ਚ ਨਾ ਕੰਪਲੀਟ ਜਸਟੀਫਾਈ ਕਰਨਾ ਪੈਂਦਾ ਵਾ ਪਹਿਲਾਂ ਮੈਨੇਜਰ ਨੂੰ ਕਿ ਅਸੀਂ ਬਜਟ ਕਿਉਂ ਬਣਾ ਰਹੇ ਹਾਂ, ਕਿ ਅਸੀਂ ਬਜਟ ਕਿਉਂ ਬਣਾ ਰਹੇ। ਉਸ ਤੋਂ ਬਾਅਦ ਐਕਟੀਵਿਟੀਜ਼ ਆਰ ਆਈਡੈਂਟੀਫਾਈਡ, ਫਿਰ ਉਸ ਤੋਂ ਬਾਅਦ ਐਕਟੀਵਿਟੀਜ਼ ਆਈਡੈਂਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਕਿੰਨਾ ਵਾਸਤੇ ਬਜਟ ਬਣਨਾ ਵਾ। ਪੈਕੇजेस ਡਿਸਾਈਡ ਕੀਤੇ ਜਾਂਦੇ ਨੇ, ਰੈਂਕਿੰਗ ਕੀਤੀ ਜਾਂਦੀ ਹੈ, ਠੀਕ ਹੈ ਨਾ। ਹਰੇਕ ਸਿਸਟਮ ਨੂੰ ਇਵੈਲੂਏਟ ਕੀਤਾ ਜਾਂਦਾ ਵਾ, ਕਾਰਪੋਰੇਟ ਆਬਜੈਕਟਿਵ ਸੈਟ ਕੀਤੇ ਜਾਂਦੇ ਨੇ ਐਂਡ ਅਵੇਲੇਬਲ ਸੋਰਸਿਸ ਨੂੰ ਫਿਰ ਚੈਨਲਾਈਜ਼ ਕੀਤਾ ਜਾਂਦਾ ਵਾ ਉਹਨਾਂ ਵਿੱਚ। ਮਤਲਬ ਸਾਰਾ ਕੰਮ ਨਵੇਂ ਤੌਰ 'ਤੇ, ਹੁਣ ਜਦੋਂ ਨਵੇਂ ਤੌਰ 'ਤੇ ਕੰਮ ਕਰਨਾ ਵਾ ਇੱਕ ਮੈਨੇਜਰ ਨੇ ਤਾਂ ਉਹਨੂੰ ਜਸਟੀਫਿਕੇਸ਼ਨ ਦੇਣੀ ਪੈਣੀ ਆ ਕਿ ਮੈਂ ਹਰੇਕ ਏਰੀਆ ਵਾਸਤੇ ਬਜਟ ਕਿਉਂ ਬਣਾਉਣਾ ਚਾਹੁੰਦਾ। ਠੀਕ ਹੈ। ਇਹ ਸੀਗੇ ਇਹਦੇ ਫੀਚਰ। ਸਟੈਪਸ ਸੁਣ ਲਓ, ਸਟੈਪਸ ਇੰਪੋਰਟੈਂਟ ਆ। ਡਿਟਰਮੀਨੇਸ਼ਨ ਆਫ ਦਾ ਸੈਟ ਆਫ ਆਬਜੈਕਟਿਵ ਇਜ਼ ਅ ਪ੍ਰੀ ਰਿਕੁਆਇਰ। ਸਭ ਤੋਂ ਪਹਿਲਾਂ ਤਾਂ ਰਾਜੇ ਇੱਕ ਆਬਜੈਕਟਿਵ ਦਾ ਹਰੇਕ ਚੀਜ਼ 'ਚ ਸੈੱਟ ਹੋਣਾ ਚਾਹੀਦਾ ਕਿ ਮੈਂ ਇਸ ਚੀਜ਼ ਵਾਸਤੇ ਬਜਟ ਕਿਉਂ ਬਣਾਉਣਾ ਚਾਹੁੰਦਾ। ਡਿਸਾਈਡਿੰਗ ਅਬਾਊਟ ਦਾ ਐਕਸਟੈਂਟ ਟੂ ਵਿਚ ਦਾ ਟੈਕਨੀਕਸ ਆਫ ਜ਼ੀਰੋ ਬੇਸ ਬਸਟਿੰਗ ਇਜ਼ ਅਪਲਾਈਡ। ਕਿਹੜੀਆਂ ਟੈਕਨੀਕਸ ਅਪਲਾਈਡ ਕੀਤੀਆਂ ਜਾਣਗੀਆਂ ਅਤੇ ਕਿਹੜੇ ਏਰੀਆਜ਼ 'ਚ ਕੀਤੀਆਂ ਜਾਣਗੀਆਂ, ਕਿਸ ਏਰੀਆ ਵਾਸਤੇ ਹੁਣ ਆਪਾਂ ਇਸ ਵਾਰ ਬਜਟ ਬਣਾਵਾਂਗੇ। ਆਈਡੈਂਟੀਫਾਈ ਦਾ ਏਰੀਆ, ਲਓ ਜੀ ਅਗਲੀ ਵਾਰ ਉਹਨੇ ਕਹਿ ਹੀ ਦਿੱਤਾ। ਫਿਰ ਉਹਦੀ ਰੈਂਕਿੰਗ ਕੀਤੀ ਜਾਊਗੀ ਏਰੀਆਜ਼ ਦੀ ਕਿ ਪਹਿਲਾਂ ਇਸ ਵਾਸਤੇ ਬਣਾਵਾਂਗੇ, ਪਹਿਲਾਂ ਕਾਸਟ ਬਜਟ ਬਣਾਵਾਂਗੇ, ਫਿਰ ਕੈਸ਼ ਬਜਟ ਬਣਾਵਾਂਗੇ, ਰੈਂਕਸ ਬਣਾ ਦਿੱਤੇ ਜਾਂਦੇ ਨੇ। ਉਸ ਤੋਂ ਬਾਅਦ ਪ੍ਰੀਪਰੇਸ਼ਨ ਆਫ ਦਾ ਬਜਟ ਦੈਟ ਇਜ਼ ਟਰਾਂਸਲੇਟਿੰਗ ਡਿਸੀਜ਼ਨ ਪੈਕੇਜ ਇਨਟੂ ਪ੍ਰੈਕਟਿਸਿੰਗ ਯੂਨਿਟ। ਫਿਰ ਮਤਲਬ ਜੋ ਆਪਾਂ ਸੋਚਿਆ ਹੁੰਦਾ ਵਾ ਉਹਨੂੰ ਆਪਾਂ ਇੰਪਲੀਮੈਂਟ ਕਰਨ ਦੇ ਮੋਡ ਤੇ ਤੁਰ ਪੈਂਦੇ। ਠੀਕ ਹੈ। ਜ਼ੀਰੋ ਬੇਸ ਬਸਟਿੰਗ ਦੇ ਐਡਵਾਂਟੇਜਸ ਕੀ ਹੈ ਰਾਜੇ? ਪਹਿਲੀ ਗੱਲ ਤਾਂ ਇਹ ਇੰਕਰੀਮੈਂਟਲ ਅਪਰੋਚ ਤੇ ਬੇਸ ਨਹੀਂ ਹੁੰਦਾ, ਪੁਰਾਣੀਆਂ ਚੀਜ਼ਾਂ ਤੇ ਬੇਸ ਨਹੀਂ ਹੁੰਦਾ। ਇਹ ਸਟਾਫ ਦਾ ਪੂਰਾ ਸਪੋਰਟ ਮਿਲਦਾ ਵਾ ਇਹਨੂੰ, ਕਿਉਂਕਿ ਪਿਛਲੀਆਂ ਚੀਜ਼ਾਂ ਕੋਈ ਨਹੀਂ ਇਹਦੇ 'ਚ ਕੰਸੀਡਰ ਕੀਤੀਆਂ ਜਾਂਦੀਆਂ। ਅਲਟਰਨੇਟਿਵ ਵੇਜ਼ ਮਿਲ ਜਾਂਦੇ ਨੇ ਸਾਨੂੰ ਨਵੇਂ, ਕਿਉਂਕਿ ਇਹ 'ਚ ਸਟਾਫ ਦੀ ਇਨਵੋਲਵਮੈਂਟ ਹੁੰਦੀ ਆ। ਪ੍ਰੋਪਰ ਤਰੀਕੇ ਦੇ ਨਾਲ ਐਨਾਲਾਈਜ਼ ਕੀਤਾ ਜਾਂਦਾ, ਹਰ ਸਾਲ ਨਵੀਆਂ ਚੀਜ਼ਾਂ ਹੁੰਦੀਆਂ ਨੇ, ਇਸ ਲਈ ਡਿਸੀਜਨ ਮੇਕਿੰਗ ਬੈਟਰ ਹੁੰਦੀ ਆ। ਆਪਟੀਮਮ ਐਲੋਕੇਸ਼ਨ ਆਫ ਰਿਸੋਰਸਿਸ ਹੁੰਦੀ ਆ। ਕੋਆਰਡੀਨੇਸ਼ਨ ਪੂਰਾ ਮਿਲਦਾ ਵਾ ਕਿਉਂਕਿ ਸਟਾਫ ਦੀ ਇਨਵੋਲਵਮੈਂਟ ਹੁੰਦੀ ਆ। ਪਾਰਟਿਸਿਪੇਸ਼ਨ ਪੂਰੀ ਹੁੰਦੀ ਆ ਸਟਾਫ ਦੀ। ਸਰਵਿਸ ਡਿਪਾਰਟਮੈਂਟ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਯੂਜ਼ ਹੋਣ ਵਾਲੀ ਟੈਕਨੀਕ ਆ। ਮੈਨੇਜਰਸ ਇਹਦੇ ਨਾਲ ਕੰਟੀਨਿਊਸਲੀ ਆਪਣੀ ਕਾਸਟ ਨੂੰ ਰਿਡਿਊਸ ਕਰ ਸਕਦੇ ਨੇ ਕਿਉਂਕਿ ਹਰ ਵਾਰੀ ਨਵੇਂ ਬੰਦਿਆਂ ਦੀਆਂ ਸਲਾਹਾਂ ਲੈ ਕੇ ਨਵੇਂ ਮੈਨੇਜਰ ਅਪਾਇੰਟ ਕਰਕੇ ਨਾ, ਮੈਨੇਜਰ ਉਹੀ ਮਤਲਬ ਉਹਨਾਂ ਨੂੰ ਨਵੇਂ ਟਾਸਕ ਦੇ ਕੇ ਜਾਂ ਫਿਰ ਸ਼ਫਲਿੰਗ ਵੀ ਹੋ ਜਾਂਦੀ ਕਿ ਪਹਿਲਾਂ ਰਿਸਪੌਂਸਿਬਿਲਿਟੀ ਤੁਹਾਡੀ ਸੀਗੀ ਹੁਣ ਇਹਨਾਂ ਦੀ। ਠੀਕ ਹੈ। ਬਟ ਮੋਟੀ ਗੱਲ ਇਹ ਹੈ ਚ ਪੁਰਾਣਾ ਕੁਝ ਨਹੀਂ ਚੱਕਿਆ ਜਾਂਦਾ, ਜ਼ੀਰੋ ਲੈ ਕੇ ਚੱਲਣਾ। ਹੁਣ ਡਿਫੈਕਟਸ ਕੀ ਆ? ਵਰਕਲੋਡ ਵੱਧ ਜਾਂਦਾ ਬੇਟੇ ਕਿਉਂਕਿ ਪੁਰਾਣਾ ਕੁਝ ਨਹੀਂ ਚੱਕਣਾ। ਠੀਕ ਹੈ ਨਾ। ਹਾਈ ਰਿਸਕ ਇਨਵੋਲਵ ਹੋ ਜਾਂਦਾ ਵਾ, ਬਹੁਤ ਕੰਮ ਵੱਧ ਜਾਂਦਾ। ਡਿਫੀਕਲਟ ਟੂ ਕੁਆਂਟੀਫਾਈ ਕਈ ਚੀਜ਼ਾਂ ਹੁੰਦੀਆਂ ਨੇ, ਉਹਨਾਂ ਨੂੰ ਆਪਾਂ ਪੈਸਿਆਂ 'ਚ ਰਿਕਾਰਡ ਨਹੀਂ ਕਰ ਸਕਦੇ, ਬਹੁਤ ਔਖਾ ਹੋ ਜਾਂਦਾ। ਲੋਕੀ ਇਹਨੂੰ ਰੈਸਿਸਟ ਕਰਦੇ ਆ, ਟੌਪ ਮੈਨੇਜਮੈਂਟ ਰੈਸਿਸਟ ਕਰਦੀ ਆ ਕਿਉਂਕਿ ਖਰਚੇ ਵਧਾ ਦਿੰਦੀ ਆ। ਸ਼ਾਰਟ ਟਰਮ ਬੈਨੀਫਿਟ ਲਈ ਤਾਂ ਠੀਕ ਆ, ਲੌਂਗ ਟਰਮ ਵਾਸਤੇ ਆਪਾਂ ਬਾਰ-ਬਾਰ ਥੋੜੀ ਨਾ ਕੰਮ ਕਰੀ ਚੱਲਾਂਗੇ, ਫਿਰ ਤਾਂ ਅਸੀਂ ਇਹਨਾਂ ਕੰਮਾਂ 'ਤੇ ਹੀ ਰਹਿ ਗਏ। ਫਿਰ ਕੰਪੈਰੀਜ਼ਨ ਦਾ ਮਤਲਬ ਹੀ ਕੀ ਹੋ ਗਿਆ? ਦਾ ਸਕਸੈਸ ਡਿਪੈਂਡ ਔਨ ਦਾ ਟੌਪ ਮੈਨੇਜਮੈਂਟ ਸਪੋਰਟ। ਜੇ ਮੈਨੇਜਮੈਂਟ ਸਪੋਰਟ ਕਰੇ, ਦੇਖੋ ਜੀ ਇਹ ਟਾਈਮ ਕੰਜ਼ਿਊਮਿੰਗ ਵੀ ਆ,
ਇਹ ਕੋਸਟ ਕੰਜ਼ਿਊਮਿੰਗ ਵੀ ਆ, ਇਹਦੇ 'ਚ ਸਭ ਦੀ ਕੋਆਰਡੀਨੇਸ਼ਨ ਦੀ ਵੀ ਲੋੜ ਆ, ਇਹ ਲੌਂਗ ਟਰਮ 'ਚ ਨਹੀਂ ਚੱਲ ਸਕਦਾ ਕਿਉਂਕਿ ਬੇਟੇ ਹਰ ਵਾਰ ਥੋੜੀ ਨਾ ਜ਼ੀਰੋ ਤੋਂ ਸ਼ੁਰੂ ਕਰਾਂਗੇ। ਹੁਣ ਮੈਂ ਹਰ ਵਾਰ ਦੁਕਾਨ ਨਵੀਂ ਥੋੜੀ ਨਾ ਖੋਲੂੰਗਾ, ਚੱਲ ਨਵਾਂ ਸਮਾਨ ਪਾਉਣੇ ਆ, ਇਹ ਥੋੜੀ। ਸੋ ਇਹ ਇਹਦੇ ਡਿਫੈਕਟਸ ਹੈਗੇ। ਸੋ ਅਗਰ ਤੁਹਾਡੇ ਸਿਲੇਬਸ ਦੀ ਗੱਲ ਕਰੀਏ, ਸਿਲੇਬਸ ਦੇ ਵਿੱਚ ਆਬਜੈਕਟਿਵਸ ਆ, ਲਿਮਿਟੇਸ਼ਨਸ ਆ, ਟਾਈਪਸ ਆ, ਜ਼ੀਰੋ ਬੇਸ ਬਸਟਿੰਗ, ਠੀਕ ਹੈ ਨਾ, ਉਹ ਆਪਣਾ ਸਾਰਾ ਹੋ ਗਿਆ। ਲਿਮਿਟੇਸ਼ਨਸ ਇੱਕ ਵਾਰੀ ਦੇਖ ਲਓ ਜੇ ਬਜਟਰੀ ਕੰਟਰੋਲ ਦੀਆਂ ਹੈਗੀਆਂ ਨੇ, ਉਹ ਮੈਂ ਕਰਾ ਦਿੰਦਾ ਵਾਂ, ਉਹ ਆਪਣੀਆਂ ਰਹਿੰਦੀਆਂ ਨੇ, ਇਹ ਤੁਹਾਨੂੰ ਕਿਤੇ ਮਿਲ ਜਾਣ। ਐਡਵਾਂਟੇजेस ਮੈਂ ਇੱਕ ਵਾਰੀ ਦੁਬਾਰਾ ਕਰਾ ਦਿੰਦਾ ਬਜਟਰੀ ਕੰਟਰੋਲ ਦੇ, ਕਿਉਂਕਿ ਮੈਨੂੰ 5 ਮਿੰਟ ਹੀ ਲੱਗਣੇ ਆ, ਤੁਹਾਨੂੰ ਮਟੀਰੀਅਲ ਮਿਲ ਜੂ ਕਿਉਂਕਿ ਇੰਪੋਰਟੈਂਸ ਹੈਗਾ ਬਜਟਰੀ ਕੰਟਰੋਲ ਦੇ। ਕਿਵੇਂ ਇਹ ਮੈਨੇਜਮੈਂਟ ਨੂੰ ਹੈਲਪ ਕਰਦਾ ਵਾ ਆਪਣੀ ਐਕਟੀਵਿਟੀਜ਼ ਨੂੰ ਐਫੀਸ਼ੀਐਂਟ ਵੇ ਨਾਲ ਕਰਨ 'ਚ, ਆਬਜੈਕਟਿਵ ਅਚੀਵ ਕਰਨ 'ਚ ਹੈਲਪ ਕਰਦਾ ਵਾ, ਅਤੇ ਉਸ ਤੋਂ ਇਲਾਵਾ ਇਹ ਰਿਸਪੌਂਸਿਬਿਲਿਟੀ ਫਿਕਸੇਸ਼ਨ ਦੇ ਵਿੱਚ ਮਦਦ ਕਰਦਾ ਵਾ। ਹਰੇਕ ਲੈਵਲ ਆਫ ਮੈਨੇਜਮੈਂਟ ਲਈ ਇਹ ਇੰਪੋਰਟੈਂਟ ਆ। ਮੈਨੇਜਮੈਂਟ ਬਾਈ ਐਕਸੈਪਸ਼ਨ ਤਾਂ ਹੀ ਪੋਸੀਬਲ ਹੈ ਇਹਦੇ ਵਿੱਚ ਕਿਉਂਕਿ ਹਰੇਕ ਬੰਦੇ ਵਾਸਤੇ ਇੱਕ ਪ੍ਰੋਪਰ ਬਜਟ ਡਿਸਾਈਡ ਹੋ ਜਾਂਦਾ ਅਤੇ ਉਹਦੀ ਐਫੀਸ਼ੀਐਂਸੀ ਇਨਕਰੀਜ਼ ਹੁੰਦੀ ਆ, ਪ੍ਰੋਪਰ ਤਰੀਕੇ ਨਾਲ ਲੇਬਰ ਦੀ ਯੂਟੀਲਾਈਜੇਸ਼ਨ ਹੋ ਸਕਦੀ ਆ, ਠੀਕ ਹੈ ਨਾ। ਆਪਾਂ ਕਰੰਟ ਟ੍ਰੈਂਡ ਨੂੰ ਇਵੈਲੂਏਟ ਕਰ ਸਕਦੇ ਹਾਂ, ਐਫੀਸ਼ੀਐਂਸੀ ਇਨਕਰੀਜ਼ ਹੋਊਗੀ, ਕਾਸਟ ਰਿਡਿਊਸ ਹੋਊਗੀ, ਸਟੈਂਡਰਡ ਫਿਕਸ ਹੋਣ ਨਾਲ ਸਾਡੀ ਗੁੱਡਵਿਲ ਇਨਹੈਂਸ ਹੁੰਦੀ ਆ, ਕਾਸਟ ਕੰਟਰੋਲ ਹੁੰਦਾ ਵਾ, ਅਤੇ ਫੰਕਸ਼ਨਸ ਆਫ ਪਲੈਨਿੰਗ, ਕੋਆਰਡੀਨੇਸ਼ਨ ਐਂਡ ਕੰਟਰੋਲ ਕੈਨ ਬੀ ਬੈਟਰ ਪਰਫੋਰਮਡ ਵਿਦ ਦ ਕੋਆਰਡੀਨੇਸ਼ਨ ਆਫ ਈਚ ਅਦਰ। ਸਾਡੀ ਆਰਗੇਨਾਈਜੇਸ਼ਨ 'ਚ ਕੰਟਰੋਲ ਵਧੀਆ ਰਹਿੰਦਾ। ਹੁਣ ਇਹਦੀ ਲਿਮਿਟੇਸ਼ਨ ਕੀ ਹੈ ਰਾਜੇ, ਹਰੇਕ ਬੰਦੇ ਵਾਸਤੇ ਟਾਰਗੇਟ ਸੈੱਟ ਕਰਨਾ ਲਗਭਗ ਇੰਪੋਸੀਬਲ ਆ, ਠੀਕ ਹੈ ਨਾ। ਉਸ ਤੋਂ ਬਾਅਦ ਰੈਪੀਟਿਡਲੀ ਚੇਂਜਸ ਆਉਂਦੇ ਰਹਿੰਦੇ ਨੇ, ਬਜਟ ਬਣਾਉਣੇ ਬਹੁਤ ਔਖੇ ਨੇ, ਕੋਈ ਵੀ ਸਿਚੁਏਸ਼ਨ ਸਟੈਟਿਕ ਨਹੀਂ ਰਹਿੰਦੀ, ਮੈਨੇਜੀਰੀਅਲ ਇਨੀਸ਼ੀਏਸ਼ਨ ਚਾਹੀਦਾ ਹੁੰਦਾ ਵਾ, ਮੈਨੇਜੀਰੀਅਲ ਕੋਆਪਰੇਸ਼ਨ ਨਹੀਂ ਕਰਦੇ, ਕੋਆਰਡੀਨੇਸ਼ਨ ਨਹੀਂ ਹੁੰਦਾ, ਬਜਟ ਦੇ ਵਿੱਚ ਆਪਸ 'ਚ ਕੋਆਰਡੀਨੇਸ਼ਨ ਨਹੀਂ ਹੁੰਦਾ, ਕਨਫਲਿਕਟ ਦੋ ਮੈਨੇਜਰ ਦੇ ਵਿੱਚ ਕਈ ਵਾਰੀ ਕਨਫਲਿਕਟ ਹੋ ਜਾਂਦੀ ਆ, ਫੰਕਸ਼ਨਲ ਐਗਜ਼ੀਕਿਊਟਿਵ ਕਿਉਂਕਿ ਆਪਾਂ ਹਰੇਕ ਫੰਕਸ਼ਨ ਲਈ ਅਲੱਗ ਬਜਟ ਬਣਾਇਆ ਹੁੰਦਾ ਵਾ, ਟੀਮ ਵਰਕ ਕਈ ਵਾਰੀ ਇਨਹੈਂਸ ਨਹੀਂ ਹੋ ਪਾਉਂਦਾ, ਠੀਕ ਹੈ ਨਾ। ਇਹ ਟੂਲ ਠੀਕ ਆ ਲੇਕਿਨ ਉਹਨਾਂ ਆਰਗੇਨਾਈਜੇਸ਼ਨਾਂ ਲਈ ਠੀਕ ਆ ਜਿੱਥੇ ਟੌਪ ਮੈਨੇਜਮੈਂਟ ਦਾ ਪੂਰਾ ਸਪੋਰਟ ਹੋਵੇ, ਠੀਕ ਹੈ ਨਾ। ਬਾਕੀ ਬੈਡਲੀ ਹੈਂਡਲਡ ਬਜਟਰੀ ਕੰਟਰੋਲ ਸਿਸਟਮ ਇਹਦੇ ਲਈ ਵਧੀਆ ਚਾਹੀਦਾ ਵਾ। ਜੇ ਤੁਹਾਡਾ ਬਜਟਰੀ ਕੰਟਰੋਲ ਸਿਸਟਮ ਵਧੀਆ ਨਹੀਂ ਹੈਗਾ ਤੁਸੀਂ ਇਹਨੂੰ ਹੈਂਡਲ ਨਹੀਂ ਕਰ ਸਕਦੇ, ਅਤੇ ਐਗਜ਼ਿਸਟਿੰਗ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਤੁਸੀਂ ਇਹਨੂੰ ਆਪਰੇਟ ਨਹੀਂ ਕਰ ਸਕਦੇ, ਤੁਹਾਨੂੰ ਰੀਸਟਰਕਚਰਿੰਗ ਰੀ-ਇੰਜੀਨੀਅਰਿੰਗ ਕੀਤੀ ਜਾਣੀ ਪੈਂਦੀ ਹੈ ਜੋ ਕਿ ਸਾਰੀਆਂ ਆਰਗੇਨਾਈਜੇਸ਼ਨਾਂ ਵਾਸਤੇ ਨਹੀਂ ਹੁੰਦੀ, ਠੀਕ ਹੈ। ਥੈਂਕ ਯੂ।